ਆਓ ਪਹਿਲਾਂ ਪਰਿਮੇਯ ਸੰਖਿਆਵਾਂ ਬਾਰੇ ਜਾਣਦੇ ਹਾਂ। ਹਰੇਕ ਉਹ ਸੰਖਿਆ ਜਿਸ ਨੂੰ ਕਿ ਅਸੀਂ ਸੰਪੂਰਨ ਸੰਖਿਆਵਾਂ ਦੇ ਰੇਸ਼ੋ ਦੇ ਰੂਪ ਵਿੱਚ ਲਿਖ ਸਕਦੇ ਹਾਂ, ਉਹਨਾਂ ਸੰਖਿਆਵਾਂ ਨੂੰ ਅਸੀਂ ਰੈਸ਼ਨਲ ਨੰਬਰਸ ਭਾਵ ਪਰਿਮੇਯ ਸੰਖਿਆਵਾਂ ਆਖਦੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਹਰੇਕ ਉਹ ਸੰਖਿਆ ਜਿਸ ਨੂੰ ਕਿ ਅਸੀਂ P ਅਪੋਨ Q ਦੇ ਰੂਪ ਵਿੱਚ ਲਿਖ ਸਕਦੇ ਹਾਂ, ਜਿੱਥੇ P ਅਤੇ Q ਸੰਪੂਰਨ ਸੰਖਿਆਵਾਂ ਹੁੰਦੀਆਂ ਹਨ। ਸੰਪੂਰਨ ਸੰਖਿਆਵਾਂ ਹੁੰਦੀਆਂ ਹਨ ਅਤੇ Q ਸਿਫਰ ਦੇ ਬਰਾਬਰ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਦੀਆਂ ਜੋ ਸੰਖਿਆਵਾਂ ਹੁੰਦੀਆਂ ਹਨ, ਇਹਨਾਂ ਸੰਖਿਆਵਾਂ ਨੂੰ ਅਸੀਂ ਪਰਿਮੇਯ ਸੰਖਿਆਵਾਂ ਆਖਦੇ ਹਾਂ। ਹਰੇਕ ਸੰਪੂਰਨ ਸੰਖਿਆ ਵੀ ਪਰਿਮੇਯ ਸੰਖਿਆ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਅਸੀਂ 1 ਲੈ ਲੈਂਦੇ ਹਾਂ। 1 ਨੂੰ ਅਸੀਂ 1/1 -2/2 10,000/10,000 ਲਿਖ ਸਕਦੇ ਹਾਂ। ਇਸ ਤਰ੍ਹਾਂ ਅਸੀਂ 1 ਨੂੰ ਦੋ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਦੇ ਵਿੱਚ ਲਿਖ ਲੈਂਦੇ ਹਾਂ। ਇਸ ਲਈ 1 ਸਾਡੇ ਕੋਲ ਪਰਿਮੇਯ ਸੰਖਿਆ ਹੈ। ਹੁਣ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ, -7। -7 ਨੂੰ ਅਸੀਂ ਲਿਖ ਸਕਦੇ ਹਾਂ -7/1, ਅੱਗੇ ਇਸ ਨੂੰ ਲਿਖ ਸਕਦੇ ਹਾਂ 7/-1 ਤੇ ਇਸ ਨੂੰ -14/2 ਵੀ ਲਿਖ ਸਕਦੇ ਹਾਂ। ਇਸ ਤਰ੍ਹਾਂ ਜਦੋਂ ਅਸੀਂ -7 ਨੂੰ ਦੋ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਵਿੱਚ ਲਿਖ ਲਿਆ ਹੈ, ਤਾਂ -7 ਸਾਡੇ ਕੋਲ ਇੱਕ ਪਰਿਮੇਯ ਸੰਖਿਆ ਹੁੰਦੀ ਹੈ। ਆਓ ਹੁਣ ਅੱਗੇ ਕੁਝ ਇਸ ਤਰ੍ਹਾਂ ਦੀਆਂ ਸੰਖਿਆਵਾਂ ਦੇਖੀਏ ਜੋ ਕਿ ਦਸ਼ਮਲਵ ਵਿੱਚ ਹੁੰਦੀਆਂ ਹਨ। ਮੈਂ ਇੱਥੇ ਇੱਕ ਸੰਖਿਆ ਲੈ ਲੈਂਦਾ ਹਾਂ 3.75। ਹੁਣ 3.75 ਨੂੰ ਮੈਂ ਦਸ਼ਮਲਵ ਹਟਾ ਕੇ ਦੁਬਾਰਾ ਇਸ ਤਰ੍ਹਾਂ ਵੀ ਲਿਖ ਲੈਂਦਾ ਹਾਂ 375/100। ਹੁਣ ਇਸੀ ਸੰਖਿਆ ਨੂੰ ਮੈਂ 750/200 ਵੀ ਲਿਖ ਲੈਂਦਾ ਹਾਂ। ਇੱਥੇ ਮੈਂ 375 ਨੂੰ 2 ਨਾਲ ਗੁਣਾ ਕੀਤਾ ਤਾਂ 750 ਬਣ ਜਾਂਦੇ ਹਨ, ਤੇ 100 ਨੂੰ ਜਦੋਂ 2 ਨਾਲ ਗੁਣਾ ਕਰਦਾ ਹਾਂ ਤਾਂ 200 ਬਣ ਜਾਂਦੇ ਹਨ। ਇਸ ਨੂੰ ਅਸੀਂ ਮੈਂ ਇਸ ਤਰ੍ਹਾਂ ਵੀ ਲਿਖ ਸਕਦਾ ਹਾਂ ਕਿ ਇਹ 3 ਸਹੀ 3/4। ਤਾਂ ਜਦੋਂ ਮੈਂ ਇਸ ਨੂੰ ਸਹੀਆਂ ਨੂੰ ਤੋੜਦਾ ਹਾਂ, 4 ਨੂੰ 3 ਨਾਲ ਗੁਣਾ ਕਰਦਾ ਹਾਂ, 4 ਤੀਏ 12, 12 ਦੇ ਵਿੱਚ 3 ਜੋੜੇ 15। ਤਾਂ ਇਸ ਤਰ੍ਹਾਂ ਮੇਰੇ ਕੋਲ ਇਹ ਬਣ ਜਾਂਦਾ ਹੈ 15/4। ਹੁਣ ਇੱਕ ਦੁਹਰਾਉਂਦੇ ਹੋਏ ਦਸ਼ਮਲਵ ਵਾਲੀ ਸੰਖਿਆ ਲੈਂਦੇ ਹਾਂ। ਮੇਰੇ ਕੋਲ ਇੱਕ ਸੰਖਿਆ ਹੈ 0.3333 ਸੋ ਔਨ। ਇਸ ਤਰ੍ਹਾਂ ਜੋ 3 ਹੈ ਇਹ ਬਾਰ-ਬਾਰ ਰਿਪੀਟ ਹੋ ਰਿਹਾ ਹੈ, ਤੇ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਲੈਂਦੇ ਹਾਂ 0.3 ਦੀ ਬਾਰ। ਤਾਂ ਇਸ ਦੇ ਵਿੱਚ 3 ਜੋ ਸਾਡੇ ਕੋਲ ਅੰਕ ਹੈ ਉਹ ਬਾਰ-ਬਾਰ ਰਿਪੀਟ ਹੋ ਰਿਹਾ ਹੈ। ਇਸ ਨੂੰ ਅਸੀਂ ਪਰਿਮੇਯ ਸੰਖਿਆ ਦੇ ਰੂਪ ਵਿੱਚ ਲਿਖ ਲੈਂਦੇ ਹਾਂ 1/3। ਇਸੇ ਤਰ੍ਹਾਂ ਦੀ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ 0.6 ਦੀ ਬਾਰ। ਇਸ ਦੇ ਵਿੱਚ ਜੋ ਅੰਕ 6 ਹੈ ਇਹ ਬਾਰ-ਬਾਰ ਰਿਪੀਟ ਹੁੰਦਾ ਹੈ, ਅਤੇ ਇਸ ਨੂੰ ਜਦੋਂ ਅਸੀਂ ਪਰਿਮੇਯ ਸੰਖਿਆ ਦੇ ਰੂਪ ਵਿੱਚ ਲਿਖਦੇ ਹਾਂ ਤਾਂ ਇਹ ਬਣ ਜਾਂਦੀ ਹੈ 2/3। ਇਸ ਤਰ੍ਹਾਂ ਸਾਡੇ ਕੋਲ ਹਰੇਕ ਸੰਪੂਰਨ ਸੰਖਿਆ ਅਤੇ ਦਸ਼ਮਲਵ ਦੇ ਵਿੱਚ ਸ਼ਾਂਤ ਪ੍ਰਸਾਰ ਵਾਲੀ ਸੰਖਿਆ ਅਤੇ ਅਸ਼ਾਂਤ ਦੁਹਰਾਉਂਦੇ ਹੋਏ ਦਸ਼ਮਲਵ ਵਾਲੀਆਂ ਸੰਖਿਆਵਾਂ ਪਰਿਮੇਯ ਸੰਖਿਆਵਾਂ ਹੀ ਹੁੰਦੀਆਂ ਹਨ। ਹੁਣ ਅਸੀਂ ਅੱਗੇ ਦੇਖਦੇ ਹਾਂ ਕਿ ਕੀ ਕੁਝ ਇਸ ਤਰ੍ਹਾਂ ਦੀਆਂ ਵੀ ਸੰਖਿਆਵਾਂ ਹਨ ਜਿਨ੍ਹਾਂ ਨੂੰ ਕਿ ਅਸੀਂ ਸੰਪੂਰਨ ਸੰਖਿਆਵਾਂ ਦੇ ਅਨੁਪਾਤ ਦੇ ਰੂਪ ਵਿੱਚ ਨਹੀਂ ਲਿਖ ਸਕਦੇ। ਤਾਂ ਸਾਡੇ ਕੋਲ ਕੁਝ ਸੰਖਿਆਵਾਂ ਹਨ ਇਸ ਤਰ੍ਹਾਂ ਦੀਆਂ। ਇੱਥੇ ਮੇਰੇ ਕੋਲ ਇੱਕ ਲਿਸਟ ਹੈ ਜਿਸ ਦੇ ਵਿੱਚ ਕਿ ਭਾਈ, ਜਿਸਦਾ ਕਿ ਜੋ ਦਸ਼ਮਲਵ ਪ੍ਰਸਾਰ ਹੈ ਉਹ ਨਾ ਤਾਂ ਸ਼ਾਂਤ ਹੈ ਅਤੇ ਨਾ ਹੀ ਦੁਹਰਾਉਂਦਾ ਹੋਇਆ ਦਸ਼ਮਲਵ ਹੈ। ਇੱਥੇ ਸਾਡੇ ਕੋਲ ਜੋ ਦਸ਼ਮਲਵ ਦੇ ਪ੍ਰਸਾਰ ਦੇ ਵਿੱਚ ਅੰਕ ਆਉਂਦੇ ਹਨ ਉਹ ਬਦਲ ਕੇ ਆਉਂਦੇ ਹਨ। ਪਾਈ ਸਾਡੇ ਕੋਲ ਇੱਕ ਇਸ ਤਰ੍ਹਾਂ ਦੀ ਸੰਖਿਆ ਹੁੰਦੀ ਹੈ ਜੋ ਚੱਕਰ ਦੇ ਘੇਰੇ ਨੂੰ ਉਸਦੇ ਵਿਆਸ ਨਾਲ ਭਾਗ ਕਰਨ 'ਤੇ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਈ ਦਾ ਮੁੱਲ ਤੁਸੀਂ ਦੇਖ ਰਹੇ ਹੋ
ਵਰਗਮੂਲ 2 ਦਾ ਮੁੱਲ ਦੇਖ ਰਹੇ ਹੋ ਅਤੇ ਗੋਲਡਨ ਰੇਸ਼ੋ ਦਾ ਮੁੱਲ ਦੇਖ ਰਹੇ ਹੋ। ਇਹਨਾਂ ਦੇ ਵਿੱਚ ਜੋ ਦਸ਼ਮਲਵ ਦਾ ਪ੍ਰਸਾਰ ਹੈ ਉਹ ਸ਼ਾਂਤ ਦਸ਼ਮਲਵ ਅਤੇ ਅਸ਼ਾਂਤ ਦੁਹਰਾਉਂਦੇ ਹੋਏ ਦਸ਼ਮਲਵ ਤੋਂ ਵੱਖਰਾ ਹੈ। ਇਸ ਪ੍ਰਸਾਰ ਨੂੰ ਅਸੀਂ ਅਸ਼ਾਂਤ ਨਾ ਦੁਹਰਾਉਂਦਾ ਹੋਇਆ ਦਸ਼ਮਲਵ ਆਖਦੇ ਹਾਂ। ਹੁਣ ਅੱਗੇ ਜਦੋਂ ਵੀ ਕੋਈ ਦੋ ਪ੍ਰਮੇਯ ਸੰਖਿਆਵਾਂ ਹਨ ਤਾਂ ਉਹਨਾਂ ਦੇ ਵਿਚਕਾਰ ਘੱਟੋ ਘੱਟ ਇੱਕ ਅਪਰਮੇਯ ਸੰਖਿਆ ਜ਼ਰੂਰ ਹੁੰਦੀ ਹੈ। ਜਿਸ ਤਰ੍ਹਾਂ ਕਿ ਮੇਰੇ ਕੋਲ ਇੱਕ ਸੰਖਿਆ ਰੇਖਾ ਹੈ, ਇਹ ਮੇਰੇ ਕੋਲ ਇੱਕ ਪ੍ਰਮੇਯ ਸੰਖਿਆ ਯਾਨੀ ਕਿ ਰੈਸ਼ਨਲ ਨੰਬਰ 1 ਹੈ ਅਤੇ ਇੱਥੇ ਮੇਰੇ ਕੋਲ ਰੈਸ਼ਨਲ ਨੰਬਰ 2 ਹੈ। ਤਾਂ ਇਹਨਾਂ ਦੇ ਵਿਚਕਾਰ ਘੱਟੋ ਘੱਟ ਵੀ ਇੱਕ ਅਪਰਮੇਯ ਸੰਖਿਆ ਜ਼ਰੂਰ ਹੁੰਦੀ ਹੈ। ਇਸ ਤੋਂ ਅੱਗੇ ਹਰੇਕ ਸੰਖਿਆ ਜੋ ਕਿ ਪੂਰਨ ਵਰਗ ਨਾ ਹੋਵੇ, ਜਿਸ ਤਰ੍ਹਾਂ ਇਸ ਕੇਸ ਦੇ ਵਿੱਚ 2 ਹੈ, ਤਾਂ ਉਸ ਦਾ ਜੋ ਵਰਗਮੂਲ ਹੁੰਦਾ ਹੈ ਉਹ ਇੱਕ ਅਪਰਮੇਯ ਸੰਖਿਆ ਹੁੰਦਾ ਹੈ। ਤਾਂ ਸਾਡੇ ਕੋਲ ਜੋ ਸੰਖਿਆਵਾਂ ਪੂਰਨ ਵਰਗ ਨਹੀਂ ਹਨ, ਜਿਵੇਂ ਇੱਥੇ ਕਿ 2 ਲਿਆ ਹੈ, 3 ਹੈ, 5 ਹੈ, 6 ਹੈ, 7 ਹੈ, 8 ਹੈ, 10 ਹੈ, ਇਸ ਤਰ੍ਹਾਂ ਦੀਆਂ ਜੋ ਸੰਖਿਆਵਾਂ ਹਨ ਉਹਨਾਂ ਦਾ ਵਰਗਮੂਲ ਲੈਂਦੇ ਹਾਂ ਤਾਂ ਸਾਡੇ ਕੋਲ ਇੱਕ ਅਪਰਮੇਯ ਸੰਖਿਆ ਪ੍ਰਾਪਤ ਹੁੰਦੀ ਹੈ। ਹੁਣ ਜਦੋਂ ਅਸੀਂ ਅਪਰਮੇਯ ਸੰਖਿਆ ਦੇ ਵਿੱਚ ਇੱਕ ਪ੍ਰਮੇਯ ਸੰਖਿਆ ਜੋੜਦੇ ਹਾਂ ਤਾਂ ਸਾਡੇ ਕੋਲ ਇੱਕ ਅਪਰਮੇਯ ਸੰਖਿਆ ਹੀ ਪ੍ਰਾਪਤ ਹੁੰਦੀ ਹੈ। ਉਵੇਂ ਹੀ ਜੇਕਰ ਅਸੀਂ ਇੱਕ ਅਪਰਮੇਯ ਸੰਖਿਆ ਨੂੰ ਪ੍ਰਮੇਯ ਸੰਖਿਆ ਨਾਲ ਗੁਣਾ ਕਰਦੇ ਹਾਂ ਤਾਂ ਗੁਣਾ ਕਰਨ 'ਤੇ ਵੀ ਜੋ ਸੰਖਿਆ ਪ੍ਰਾਪਤ ਹੁੰਦੀ ਹੈ ਉਹ ਅਪਰਮੇਯ ਸੰਖਿਆ ਹੁੰਦੀ ਹੈ। ਇਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਅਪਰਮੇਯ ਸੰਖਿਆ ਪ੍ਰਾਪਤ ਕਰ ਸਕਦੇ ਹਾਂ।